ਅੱਜ ਦੀ ਇਸ ਕਹਾਣੀ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਇੱਕ ਲੜਕੀ ਨੇ ਆਪਣੇ ਹੀ ਸਹੁਰਾ ਪਰਿਵਾਰ ਦੇ ਨਾਲ ਧੋਖੇਬਾਜ਼ੀ ਕੀਤੀ। ਇਹ ਕਹਾਣੀ ਸੋਨੀ ਨਾਮ ਦੇ ਲੜਕੇ ਦੀ ਹੈ ਜਿਸ ਨਾਲ ਕਿ ਵਿਆਹ ਹੋਣ ਤੋਂ ਬਾਅਦ ਬਹੁਤ ਵੱਡਾ ਧੋਖਾ ਹੋਇਆ। ਆਓ ਦੋਸਤੋ ਹੁਣ ਤੁਹਾਨੂੰ ਇਹ ਕਹਾਣੀ ਦੱਸਦੇ ਹਾਂ। ਸੋਨੀ ਨਾਮ ਦਾ ਲੜਕਾ ਬਰਨਾਲਾ ਦਾ ਰਹਿਣ ਵਾਲਾ ਸੀ ਅਤੇ ਉਸਦੇ ਮਾਤਾ-ਪਿਤਾ ਨੇ ਉਸ ਲਈ ਇੱਕ ਲੜਕੀ ਦੇਖੀ ਜੋ ਕਿ ਬਹੁਤ ਹੀ ਸੁੰਦਰ ਸੀ ਅਤੇ ਉਹਨਾਂ ਨੇ ਆਪਣੇ ਪੁੱਤਰ ਦਾ ਰਿਸ਼ਤਾ ਉਸ ਲੜਕੀ ਨਾਲ ਤੈਅ ਕਰ ਦਿੱਤਾ। ਹਰਜੀਤ ਸੰਗਰੂਰ ਦੀ ਰਹਿਣ ਵਾਲੀ ਸੀ। ਕੁਝ ਦਿਨਾਂ ਬਾਅਦ ਹੀ ਸੋਨੀ ਅਤੇ ਹਰਜੀਤ ਦਾ ਵਿਆਹ ਵੀ ਰੱਖ ਦਿੱਤਾ ਗਿਆ, ਜਿਸ ਤੋਂ ਬਾਅਦ ਹਰਜੀਤ ਅਤੇ ਸੋਨੀ ਦੇ ਵਿਆਹ ਦੀ ਤਰੀਕ ਵੀ ਆ ਗਈ। ਉਹਨਾਂ ਦਾ ਵਿਆਹ ਹੋਣ ਮਗਰੋਂ ਹਰਜੀਤ ਆਪਣੇ ਸਹੁਰਾ ਪਰਿਵਾਰ ਵਿੱਚ ਬਹੁਤ ਖੁਸ਼ ਨਜ਼ਰ ਆ ਰਹੀ ਸੀ ਕਿਉਂਕਿ ਹਰਜੀਤ ਦਾ ਸਹੁਰਾ ਪਰਿਵਾਰ ਬੜਾ ਹੀ ਨੇਕ ਦਿਲ ਅਤੇ ਬੜਾ ਹੀ ਸਾਊ ਪਰਿਵਾਰ ਸੀ। ਉਹ ਆਪਣੀ ਨੂੰਹ ਹਰਜੀਤ ਨੂੰ ਬਹੁਤ ਪਿਆਰ ਕਰਦੇ ਸਨ। ਆਖਿਰ ਇਸ ਤਰ੍ਹਾਂ ਹੀ ਉਹਨਾਂ ਦੇ ਵਿਆਹ ਦੇ ਕੁਝ ਦਿਨ ਬੀਤ ਗਏ। ਸੋਨੀ ਅਤੇ ਹਰਜੀਤ ਜਦੋਂ ਵੀ ਕੋਈ ਕੰਮ ਕਰਦੇ ਉਹ ਇੱਕ ਦੂਸਰੇ ਦੀ ਸਲਾਹ ਵੀ ਲੈ ਲੈਂਦੇ ਸਨ। ਹਰਜੀਤ ਨੇ ਜਦੋਂ ਕੁਝ ਵੀ ਕੰਮ ਕਰਨਾ ਹੁੰਦਾ ਉਹ ਆਪਣੇ ਪਤੀ ਨਾਲ ਹਰ ਇੱਕ ਗੱਲ ਸ਼ੇਅਰ ਕਰਦੀ, ਪਰ ਫਿਰ ਇੱਕ ਦਿਨ ਅਜਿਹਾ ਹੋਇਆ ਕਿ ਹਰਜੀਤ ਨੂੰ ਪੇਟ ਦਰਦ ਹੋਣ ਲੱਗਾ। ਸੋਨੀ ਉਸ ਨੂੰ ਇੱਕ ਡਾਕਟਰ ਕੋਲ ਲੈ ਗਿਆ, ਜਿਸ ਤੋਂ ਬਾਅਦ ਡਾਕਟਰ ਨੇ ਬਿਨਾਂ ਚੈੱਕ ਕੀਤੇ ਹੀ ਉਸ ਨੂੰ ਪੇਟ ਦਰਦ ਦੀ ਦਵਾਈ ਦੇ ਦਿੱਤੀ। ਪਰ ਕੁਝ ਦਿਨ ਉਹ ਦਵਾਈ ਖਾਣ ਨਾਲ ਹਰਜੀਤ ਦਾ ਪੇਟ ਦਰਦ ਤੇ ਠੀਕ ਹੋ ਗਿਆ। ਪਰ ਕੁਝ ਦਿਨਾਂ ਬਾਅਦ ਹਰਜੀਤ ਨੂੰ ਫਿਰ ਉਹੀ ਪ੍ਰੋਬਲਮ ਦੁਬਾਰਾ ਸਟਾਰਟ ਹੋ ਗਈ। ਫਿਰ ਸੋਨੀ ਨੇ ਕਿਹਾ ਕਿ ਹਰਜੀਤ ਚੱਲ ਮੈਂ ਤੈਨੂੰ ਚੰਗੇ ਡਾਕਟਰ ਲਵੇ ਲੈ ਜਾਂਦਾ ਹਾਂ। ਅਸੀਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਕਿਉਂਕਿ ਕੋਈ ਵੱਡੀ ਪ੍ਰੋਬਲਮ ਨਾ ਸ਼ੁਰੂ ਹੋ ਜਾਵੇ, ਇਸ ਤੋਂ ਪਹਿਲਾਂ ਹੀ ਆਪਾਂ ਟੈਸਟ ਕਰਵਾ ਲੈਂਦੇ ਹਾਂ। ਅਤੇ ਸੋਨੀ ਨੇ ਹਰਜੀਤ ਨੂੰ ਪੁੱਛਿਆ ਕਿ ਤੁਹਾਨੂੰ ਪਹਿਲਾਂ ਵੀ ਇਸ ਤਰ੍ਹਾਂ ਕੁਝ ਹੋਇਆ ਹੈ? ਹਰਜੀਤ ਨੇ ਕਿਹਾ ਕਿ ਨਹੀਂ, ਮੈਨੂੰ ਇਸ ਤਰ੍ਹਾਂ ਪਹਿਲੀ ਵਾਰ ਹੋ ਰਿਹਾ ਹੈ। ਆਖਿਰ ਹਰਜੀਤ ਦਾ ਦਰਦ ਦਿਨ ਪ੍ਰਤੀ ਦਿਨ ਵੱਧਦਾ ਹੀ ਰਿਹਾ, ਜਿਸ ਤੋਂ ਬਾਅਦ ਸੋਨੀ ਹਰਜੀਤ ਨੂੰ ਡਾਕਟਰ ਕੋਲ ਲੈ ਗਿਆ ਅਤੇ ਉਸਨੇ ਟੈਸਟ ਵੀ ਕਰਵਾ ਦਿੱਤਾ। ਪਰ ਉਸ ਟੈਸਟ ਵਿੱਚ ਕੀ ਆਇਆ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਜਦੋਂ ਹੀ ਸੋਨੀ ਨੇ ਹਰਜੀਤ ਦੀ ਰਿਪੋਰਟ ਦੇਖੀ ਤਾਂ ਉਸਦੇ ਤਾਂ ਹੋਸ਼ ਹੀ ਉੱਡ ਗਏ। ਜਿਸ ਤੋਂ ਬਾਅਦ ਹਰਜੀਤ ਨੂੰ ਚੁੱਪਚਾਪ ਉਹ ਘਰ ਲੈ ਗਿਆ। ਹਰਜੀਤ ਬਾਰ-ਬਾਰ ਉਸ ਨੂੰ ਪੁੱਛਦੀ ਰਹੀ ਕਿ ਆਖਿਰ ਰਿਪੋਰਟ ਵਿੱਚ ਕੀ ਆਇਆ ਹੈ, ਤੁਸੀਂ ਮੈਨੂੰ ਕਿਉਂ ਨਹੀਂ ਦੱਸ ਰਹੇ? ਸੋਨੀ ਆਖਣ ਲੱਗਾ ਕਿ ਘਰ ਚੱਲ ਕੇ ਗੱਲ ਕਰਦੇ ਹਾਂ, ਜਿਸ ਦੀ ਹਰਜੀਤ ਨੂੰ ਵੀ ਬਹੁਤ ਟੈਨਸ਼ਨ ਹੋ ਗਈ। ਪਰ ਕੁਝ ਸਮੇਂ ਬਾਅਦ ਜਦੋਂ ਹੀ ਉਹ ਘਰ ਪਹੁੰਚੇ ਸੋਨੀ ਆਪਣੀ ਮਾਂ ਦੇ ਗਲ ਲਾ ਕੇ ਬਹੁਤ ਉੱਚੀ-ਉੱਚੀ ਰੋਇਆ। ਜਦੋਂ ਉਸਦੀ ਮਾਤਾ ਨੇ ਪੁੱਛਿਆ ਕਿ ਕੀ ਹੋਇਆ ਬੇਟਾ, ਤੁਸੀਂ ਇੰਨੇ ਉਦਾਸ ਕਿਉਂ ਹੋ ਅਤੇ ਤੁਸੀਂ ਰੋ ਕਿਉਂ ਰਹੇ ਹੋ? ਉਹਨਾਂ ਨੇ ਕਿਹਾ ਕਿ ਅਤੇ ਮਾਤਾ-ਪਿਤਾ ਨੇ ਪੁੱਛਿਆ ਕਿ ਤੁਸੀਂ ਤਾਂ ਹਰਜੀਤ ਦਾ ਟੈਸਟ ਕਰਵਾਉਣ ਗਏ ਸੀ, ਆਖਿਰ ਫਿਰ ਰਿਪੋਰਟ ਵਿੱਚ ਕੀ ਆਇਆ ਹੈ? ਪਰ ਰੋਂਦੇ ਹੋਏ ਸੋਨੀ ਨੇ ਕਿਹਾ ਕਿ ਮਾਂ, ਮੇਰੀ ਤਾਂ ਜ਼ਿੰਦਗੀ ਹੀ ਖਰਾਬ ਹੋ ਗਈ ਹੈ ਕਿਉਂਕਿ ਉਹ ਕਹਿੰਦਾ ਕਿ ਹਰਜੀਤ ਨੇ ਆਪਾਂ ਨੂੰ ਧੋਖੇ ਵਿੱਚ ਰੱਖਿਆ ਹੈ। ਉਸਨੇ ਆਪਣੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਉਸਨੇ ਇੰਨੀ ਵੱਡੀ ਗੱਲ ਆਪਣੇ ਤੋਂ ਲੁਕੋ ਕੇ ਰੱਖੀ ਕਿ ਆਪਾਂ ਨੂੰ ਅੱਜ ਤੱਕ ਉਸਦੀ ਭਣਕ ਤੱਕ ਨਹੀਂ ਲੱਗੀ, ਜਿਸ ਨੂੰ ਸੁਣ ਕੇ ਹਰਜੀਤ ਵੀ ਸੋਚੀ ਪੈ ਗਈ। ਜਿਸ ਤੋਂ ਬਾਅਦ ਸੋਨੀ ਨੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਕਿ ਮੈਂ ਜੋ ਹਰਜੀਤ ਦੇ ਟੈਸਟ ਕਰਵਾਏ ਨੇ ਉਸ ਵਿੱਚ ਕੁਝ ਅਜਿਹਾ ਆਇਆ ਹੈ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ। ਉਸਦੀ ਮਾਤਾ ਨੇ ਫਿਰ ਪੁੱਛਿਆ ਕਿ ਪੁੱਤਰ ਦੱਸ ਤੇ ਸਹੀ, ਆਖਿਰ ਹੋਇਆ ਕੀ ਹੈ? ਰਿਪੋਰਟ ਵਿੱਚ ਸੋਨੀ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਵਿਆਹ ਨੂੰ ਤਾਂ ਅਜੇ ਸਿਰਫ 1 ਮਹੀਨਾ ਹੀ ਹੋਇਆ ਹੈ ਪਰ ਹਰਜੀਤ 3 ਮਹੀਨੇ ਦੀ ਗਰਭਵਤੀ ਹੈ। ਉਸਦੀ ਮਾਂ ਇਸ ਗੱਲ ਦੀ ਟੈਨਸ਼ਨ ਲੈ ਗਈ, ਜਿਸ ਤੋਂ ਬਾਅਦ ਉਹ ਜ਼ਮੀਨ ਉੱਪਰ ਗਿਰ ਗਈ ਅਤੇ ਸੋਨੀ ਨੇ ਵੀ ਹਰਜੀਤ ਤੋਂ ਡਿਵੋਰਸ ਦੀ ਮੰਗ ਕੀਤੀ। ਪਰ ਜਦੋਂ ਇਹ ਗੱਲ ਹਰਜੀਤ ਦੇ ਮਾਤਾ-ਪਿਤਾ ਨੂੰ ਪਤਾ ਲੱਗੀ ਉਹਨਾਂ ਦੇ ਵੀ ਪੈਰਾਂ ਨੀਚੋਂ ਜ਼ਮੀਨ ਨਿਕਲ ਗਈ ਕਿਉਂਕਿ ਉਹਨਾਂ ਦੀ ਬੇਟੀ ਨੇ ਇੱਕ ਪਰਿਵਾਰ ਨਾਲ ਨਹੀਂ ਸਗੋਂ 2 ਪਰਿਵਾਰਾਂ ਨਾਲ ਧੋਖਾ ਕੀਤਾ ਸੀ। ਦੋਸਤੋ, ਅਸੀਂ ਸਿਰਫ ਇੰਨਾ ਕਹਿਣਾ ਚਾਹੁੰਦੇ ਹਾਂ ਕਿ ਕੁੜੀਆਂ ਨੂੰ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਆਪਣੀ ਜ਼ਿੰਦਗੀ ਵਿੱਚ ਅਜਿਹਾ ਕਦਮ ਚੁੱਕਣਾ ਚਾਹੀਦਾ ਹੈ ਕਿ ਬਾਅਦ ਵਿੱਚ ਚੁੱਕੇ ਹੋਏ ਕਦਮ ਤੇ ਕਿਸੇ ਵੀ ਕੁੜੀ ਨੂੰ ਜਾਂ ਫਿਰ ਉਸਦੇ ਮਾਤਾ-ਪਿਤਾ ਨੂੰ ਪਛਤਾਉਣਾ ਪੈ ਜਾਵੇ ਕਿਉਂਕਿ ਕਿਸੇ ਵੀ ਕੁੜੀ ਵੱਲੋਂ ਚੁੱਕਿਆ ਇਹ ਕਦਮ ਇੱਕ ਪਰਿਵਾਰ ਨਹੀਂ ਸਗੋਂ 2 ਪਰਿਵਾਰਾਂ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ। ਦੋਸਤੋ, ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਕਿ ਹਰਜੀਤ ਨੇ ਜੋ ਸੋਨੀ ਜਾਂ ਫਿਰ ਆਪਣੇ ਮਾਤਾ-ਪਿਤਾ ਨਾਲ ਇੰਨਾ ਵੱਡਾ ਧੋਖਾ ਕੀਤਾ ਕਿ ਉਹ ਸਹੀ ਕੀਤਾ ਜਾਂ ਫਿਰ ਗਲਤ ਕੀਤਾ।
ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ। 3 ਘੰਟੇ 'ਚ ਪਾਓ ਹਰ ਪਰੇਸ਼ਾਨੀ ਦਾ ਹੱਲ। 7 ਤਿਲਮਾਂ ਦੇ ਮਾਹਿਰ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਸਪੈਸ਼ਲਿਸਟ ਲਵ ਮੈਰਿਜ, ਵਸ਼ੀਕਰਨ, ਲੋਟਰੀ ਨੰਬਰ, ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ 'ਚ ਅਣਬਣ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਨਸ਼ਾ ਜਾਂ ਬੁਰੀ ਸੰਗਤ ਛੁਡਵਾਉਣਾ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਵਿੱਚ ਦਵਾ ਨਾ ਲੱਗਣਾ। ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵੱਸ 'ਚ ਕਰੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ। ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਅਤੇ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦਵਾਂਗਾ। 9996826004